ਵੇਖੋ ਜੇ ਕਿਸਾਨਾਂ ਨੂੰ MSP ਮਿਲਦੀ ਆ ਤੇ ਲੋਕਾਂ ਨੂੰ ਵੀ ਸਸਤਾ ਅਨਾਜ ਮਿਲਦਾ ਵਾ। ਇਸ ਕਰਕੇ MSP ਚਾਹੀਦੀ ਆ। ਲੋਕਾਂ ਨੂੰ ਅੱਜ ਗੇਮ ਦੀ ਸਮਝ ਲੱਗੀ ਆ ਵੀ ਕਿਸਾਨ ਲੰਮੇ ਸਮੇਂ ਤੋਂ MSP ਕਿਉਂ ਮੰਗ ਰਹੇ ਸੀ। ਵੇਖੋ ਤੁਸੀਂ ਵੇਖੋ ਜਿਹੜੇ 11 ਜਿਹੜੇ ਬੰਦਰਗਾਹ ਵਾ ਉਹ ਜਿਹੜੇ ਅੰਬਾਨੀ ਅਡਾਨੀ ਲੈ ਗਏ ਆ, 7 에ਅਰਪੋਰਟ ਸਾਡੇ ਲੈ ਗਏ ਆ। ਇਹ 6 ਸਾਲਾਂ 'ਚ ਕਿੱਦਾਂ ਇੰਨੇ ਅਮੀਰ ਹੋ ਗਏ। ਅਸੀਂ ਤਾਂ 17 ਸਾਲਾਂ ਤੋਂ ਖੇਤੀ ਕਰਦੇ, ਇਹੀ ਇੱਕ ਮਰਲਾ ਜ਼ਮੀਨ ਨਹੀਂ ਲਈ। ਦੇਖੋ ਇਹ ਮੋਦੀ ਭਗਤ ਜਿਹੜੇ ਆ ਇਹ ਅੱਜ ਵੀ ਕਹਿ ਰਹੇ ਆ ਵੀ ਜਿਹੜਾ EVM ਤੇ ਮਸ਼ੀਨ ਜਿੰਨਾ ਚਿਰ ਤੱਕ ਕਬਜ਼ਾ ਵਾ ਉਹਨਾਂ ਚਿਰ ਤੱਕ ਅਸੀਂ ਹਰ ਸਰਕਾਰ ਸਾਡੀ ਆ, ਅਸੀਂ ਜਿਹੜਾ ਦੇਸ਼ ਤੇ ਕਬਜ਼ਾ ਕਰ ਸਕਦੇ। ਉਹ ਆਪ ਕਹਿ ਰਹੇ ਮੂੰਹ ਜਿਹੜਾ ਅੰਗਰੇਜ਼ ਸਰਕਾਰ ਦਾ ਸੂਰਜ ਨਹੀਂ ਸੀ ਚੜ੍ਹਦਾ, ਰਾਤ ਦਿਨ ਉਹਦਾ ਸੂਰਜ ਜਿਹੜਾ ਚੜ੍ਹਦਾ ਸੀ ਉਹ ਬੰਦ ਕਰਤਾ ਸੀ, ਉਹਨਾਂ ਨੂੰ ਪਿੱਛੇ ਮੋੜਤਾ। ਅਸੀਂ ਮੋਦੀ ਚੀਜ਼ ਕੀ ਆ, ਮੋਦੀ ਕਿਹੜੇ ਬਾਗ ਦੀ ਮੂਲੀ ਆ। देखो ये किसानों की ओर से फूड एंड सप्लाई विभाग के कंट्रोल का दफ्तर घेरा गया है, जहां पर केंद्र सरकार की ओर से बनाए गए तीनों कानून काले कृषि कानूनों का विरोध किया जा रहा है और केंद्र सरकार के खिलाफ नारेबाजी की जा रही है। इनका ये कहना है कि तीनों कृषि कानून रद्द करवा कर रहेंगे। जब तक ये कानून रद्द नहीं होते हैं तब तक इनका संघर्ष जारी रहेगा। हमारे साथ हैं किसान नेता हरजीत सिंह, इनसे बात करते हैं। हमारे साथ है किसान नेता हरजीत सिंह, इनसे बात करते हैं। हरजीत जी, एक तो पहले 3 कृषि कानूनों को लेकर संघर्ष कर रहा है किसान, और केंद्र सरकार होर नवे कानून लागू करी जा रही है। ਵੇਖੋ ਸਰਕਾਰ ਦੇ ਐ ਸੋਚਣਾ ਇਹ ਆ ਵੀ ਸ਼ਾਇਦ ਕਿਸਾਨਾਂ ਨੂੰ ਹੰਭਾ ਦਾਂਗੇ ਤੇ ਕਿਸਾਨ ਘਰਾਂ ਨੂੰ ਚੱਲ ਜਾਣਗੇ। ਇਹ ਵੇਖੋ ਨਾਲ ਲੜਦੇ ਹੁੰਦੇ। ਅੱਜ ਮੇਰੇ ਹਿਸਾਬ ਨਾਲ ਜੇ ਅਸੀਂ ਲੜਦੇ ਆ ਤੇ ਸਾਡੇ ਸਾਰੇ ਕਾਨੂੰਨ ਕਿਸਾਨ ਨੇ, ਸਰਕਾਰ ਨੇ ਕੀ ਆ 250 ਤੋਂ ਵੱਧ ਕਾਨੂੰਨ ਬਦਲਤੇ ਆ। ਸਰਕਾਰ ਕਾਨੂੰਨ ਬਣਾ ਕੇ ਬੈਠੀ ਆ, ਸਰਕਾਰ ਥੋਪਣਾ ਚਾਹੁੰਦੀ ਆ ਕਾਨੂੰਨ, ਪਰ ਕਿਸਾਨ ਲੜਾਈ ਦੇ ਮੈਦਾਨ ਦੇ ਵਿੱਚ ਆ। ਇਸ ਕਰਕੇ ਬਹੁਤ ਜ਼ਿਆਦਾ ਕਾਨੂੰਨ ਆ ਜਿਹੜੇ ਹਜੇ ਸਰਕਾਰ ਦੇ ਪਾਲੇ ਦੇ ਵਿੱਚ ਆ, ਕੱਢਣਾ ਚਾਹੁੰਦੀ ਆ। ਇਹ ਵੀ ਇੱਕ ਉਹਦਾ ਹਿੱਸਾ ਵਾ। ਇਹ ਹਿੱਸੇ ਦੇ ਕਰਕੇ ਅਸੀਂ ਉਹ ਲੜਾਈ ਦੇ ਮੈਦਾਨ 'ਚ ਅਸੀਂ ਕਹਿੰਦੇ ਆ ਵੀ ਫਰਦ ਦੇ ਵਿੱਚ ਠੀਕ ਆ, ਫਰਦਾਂ ਸਾਡੀਆਂ ਲੈ ਲਓ, ਪਰ ਕਿਸਾਨ ਜਿਹੜੇ ਆ 60% ਕਿਸਾਨ ਠੇਕੇ ਦੀ ਜ਼ਮੀਨ ਲੈ ਕੇ ਖੇਤੀ ਕਰਦੇ ਆ। ਇਹ ਜਿਹੜਾ ਪੈਸੇ ਆ ਇਹ ਕਿਸਾਨ ਦੇ ਖਾਤੇ 'ਚ, ਜਿਹੜਾ ਕਾਸ਼ਤਕਾਰ ਉਹਦੇ ਖਾਤੇ 'ਚ ਜਾਣੇ ਚਾਹੀਦੇ ਆ। ਹੁਣ ਠੇਕੇ ਦੇ ਪੈਲੀ ਲਈ ਨੂੰ 1 ਸਾਲ ਪਹਿਲਾਂ ਪੇਮੈਂਟ ਜਿਹੜੇ ਕਾਸ਼ਤਕਾਰ ਉਹਨਾਂ ਨੇ ਜਿਹੜੇ ਮਾਲਕਾਂ ਨੂੰ ਪੇਮੈਂਟ ਕਰਤੀ ਆ, ਹੁਣ ਮਾਲਕਾਂ ਦੇ ਖਾਤੇ 'ਚ ਫਿਰ ਪੈਸੇ ਜਾਣਗੇ, ਫਿਰ ਲੜਾਈ ਝਗੜਾ ਵਧੂਗਾ। ਹੁਣ ਦੂਜੀ ਗੱਲ ਸਰਕਾਰ ਕੀ ਕਹਿੰਦੀ ਆ ਵੀ ਸਰਕਾਰ ਕਹਿੰਦੀ ਆ ਵੀ ਜਿਹੜੀ ਸਾਡੀ ਨਵੀਂ ਸਾਡੀ 12% ਚਾਹੀਦੀ ਆ। ਦੂਜੇ ਬੰਨੇ ਗੱਲ ਕਰ ਰਹੀ ਆ ਵੀ 0% ਤੇ ਅਸੀਂ ਜਿਹੜਾ ਘੱਟਾ ਮਿੱਟੀ 0% ਚਾਹੀਦਾ ਵਾ। ਹੁਣ ਅਸੀਂ 0% ਉਹਨੂੰ ਲਿਆਉਣ ਵਾਸਤੇ ਸਾਨੂੰ ਧੋਣੀ ਪਊਗੀ। ਕਣਕ ਧੋਣ ਤੋਂ ਬਿਨਾਂ ਆਉਣਾ ਨਹੀਂ। ਅਸੀਂ ਧੋ ਕੇ ਸਾਡੇ ਕੋਲ ਐਡੇ ਪ੍ਰਬੰਧ ਨਹੀਂ ਹੈਗੇ। ਮੰਨ ਲਓ ਧੋ ਕੇ ਅਸੀਂ ਪ੍ਰਬੰਧ ਕਰਕੇ ਮੰਡੀ ਲੈ ਵੀ ਜਾਂਦੇ ਆ, ਉਹ 14% ਤੇ ਸਾਡੀ ਜਦੋਂ ਕਣਕ ਕੜਕ ਜਾਂਦੀ ਆ, ਫਸਲ ਖੇਤਾਂ 'ਚ ਡਿੱਗਣ ਨੂੰ ਤਿਆਰ ਹੁੰਦੀ ਆ, ਉਦੋਂ 14% ਨਮੀ ਆਉਂਦੀ ਆ। ਫਿਰ ਅਸੀਂ ਕੱਟ ਕੇ ਲੈ ਆਉਂਦੇ, ਉਹ 12% ਆ ਹੀ ਨਹੀਂ ਸਕਦੀ। ਜਦੋਂ ਅਸੀਂ ਧੋਲੀ ਉਹ ਮੋਇਸਚਰ ਫਿਰ ਵੱਧ ਜਾਣਾ ਵਾ। ਇਸ ਕਰਕੇ ਸਰਕਾਰ ਦੀਆਂ ਜਿਹੜੀਆਂ ਟੋਟੇ ਦੀ ਗੱਲ ਕਰ ਰਹੀ ਆ, ਟੋਟਾ ਹੁਣ ਜਿਹੜਾ ਥ੍ਰੈਸ਼ਰ ਨੇ ਜਿੰਨਾ ਟੋਟਾ ਕੱਢਣਾ ਉਹ ਪਿਛਲੇ ਸਾਲ ਨਾਲੋਂ ਟੋਟਾ ਵੱਧ ਨਿਕਲਦਾ। ਸਰਕਾਰ ਦੇ ਅੱਗੇ ਜਿੰਨਾ ਟੋਟਾ ਨਿਕਲਦਾ ਵਾ ਸਰਕਾਰ ਉੱਤੇ ਲੈ ਨਹੀਂ ਰਹੀ। ਸਰਕਾਰ ਕਹਿੰਦੀ ਟੋਟਾ ਘਟਾਓ, ਇਹਨਾਂ ਹੁਣ ਪਿਛਲੇ ਸਾਲ ਨੂੰ ਟੋਟਾ ਅੱਧ ਕਰਤਾ ਵਾ। ਹੁਣ ਥ੍ਰੈਸ਼ਰ ਸਾਡੇ ਉਹ ਚੱਲ ਰਹੇ ਆ। ਅਸੀਂ ਇਸ ਕਰਕੇ ਕਹਿੰਦੇ ਆ ਵੀ ਸਰਕਾਰ ਜਿਹੜੀ ਆ ਇਹ AC ਕਮਰਿਆਂ 'ਚ ਬਹਿ ਕੇ ਜਿਹੜੇ ਕਾਨੂੰਨ ਘਟ ਰਹੀ ਆ, ਇਹ ਕਾਨੂੰਨ ਸਾਡੇ ਵਾਸਤੇ ਨਹੀਂ ਹੈਗੇ। ਸਾਨੂੰ ਬਹੁਤ ਮਾਰੂ ਕਾਨੂੰਨ ਆ ਜਿਹੜੇ। ਵੇਖੋ ਇੱਕ ਗੱਲ ਆ, ਜਿਹੜਾ ਕਿਸਾਨ ਕੋਈ ਵੀ ਚੀਜ਼ ਆ, ਰੇਹ ਆ, ਖਾਦ ਆ, ਡੀਜ਼ਲ ਆ, ਇਹ ਮਾਰਕੀਟ 'ਚੋਂ ਅਗਲੇ ਦੇ ਭਾਅ ਤੇ ਖਰੀਦਦਾ। ਅਸੀਂ ਕੀ ਕਰਦੇ ਹਾਂ, ਜਦੋਂ ਮਾਰਕੀਟ 'ਚ ਫਸਲ ਖੜਦੇ ਹਾਂ ਅਗਲੇ ਦੇ ਰੇਟ ਤੇ ਵੇਚਦੇ ਹਾਂ। ਸਾਡਾ ਤਾਂ ਰੇਟ ਕਿਤੇ ਹੈ ਹੀ ਨਹੀਂ। ਇਸ ਕਰਕੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਵਾ। ਕੇਰਲਾ ਦੇ ਵਿੱਚ ਵੇਖ ਲਓ, ਕਰਨਾਟਕਾ ਦੇ ਵਿੱਚ ਵੇਖ ਲਓ, ਜਿੱਥੇ ਕਿਸਾਨ ਕੋ ਮੰਡੀਕਰਨ ਨਹੀਂ ਹੈਗਾ ਉੱਥੇ 6-7 ਰੁਪਏ 8 ਰੁਪਏ ਕਣਕ ਲੈਂਦੇ ਆ, 10 ਰੁਪਏ ਕਣਕ ਲੈਂਦੇ ਆ, ਤੇ ਮਾਰਕੀਟ ਵਿੱਚ 42 ਰੁਪਏ ਕਣਕ ਦਾ ਰੇਟ ਆ। ਸਾਡਾ ਜੇ ਮੰਡੀਕਰਨ ਸਿਸਟਮ ਹੈਗਾ ਵਾ, ਲੋਕਾਂ ਨੂੰ ਤਾਂ ਨਹੀਂ ਵੱਧ ਭਾਅ ਲੱਗਦਾ। ਜੇ 20 ਰੁਪਏ ਹੀ ਕਣਕ ਵੇਚਣ ਡਏ ਆ, ਲੋਕਾਂ ਨੂੰ 25 ਰੁਪਏ ਆਟਾ ਮਿਲ ਰਿਹਾ ਵਾ। ਇਸ ਕਰਕੇ ਪਾਰਦਰਸ਼ੀ ਕੰਮ ਇੱਥੇ ਹੁੰਦਾ ਵਾ। ਬਿਲਕੁਲ ਸਰਕਾਰ ਦੀ ਇਨਵੋਲਵਮੈਂਟ ਹਰ ਕਿਤੇ ਚਾਹੀਦੀ ਆ। ਵੇਖੋ ਜੇ ਕਿਸਾਨਾਂ ਨੂੰ MSP ਮਿਲਦੀ ਆ ਤੇ ਲੋਕਾਂ ਨੂੰ ਵੀ ਸਸਤਾ ਅਨਾਜ ਮਿਲਦਾ ਵਾ। ਇਸ ਕਰਕੇ MSP ਚਾਹੀਦੀ ਆ। ਲੋਕਾਂ ਨੂੰ ਅੱਜ ਗੇਮ ਦੀ ਸਮਝ ਲੱਗੀ ਆ ਵੀ ਕਿਸਾਨ ਲੰਮੇ ਸਮੇਂ ਤੋਂ MSP ਕਿਉਂ ਮੰਗ ਰਹੇ ਸੀ। ਕਿਉਂ ਓਪਨਲੀ ਗੱਲ ਹੋ ਜਾਂਦੀ ਆ, ਪੇਪਰਾਂ 'ਚ ਆ ਜਾਂਦਾ, ਮੀਡੀਆ 'ਚ ਆ ਜਾਂਦਾ ਵੀ ਕਣਕ ਦਾ ਭਾਅ ਆ ਰਿਹਾ ਵਾ। ਇਸ ਕਰਕੇ ਜਦੋਂ ਪਾਰਦਰਸ਼ੀ ਕੰਮ ਹੋ ਗਿਆ, ਲੋਕਾਂ ਨੂੰ ਪਤਾ ਲੱਗ ਜਾਂਦਾ, ਲੋਕ ਵੱਧ ਮਾਰਕੀਟ 'ਚ ਵੱਧ ਪਾ ਜਾਂਦਾ ਹੀ ਨਹੀਂ। ਹੁਣ ਇਹ ਵਪਾਰੀ ਕੀ ਕਰਨਗੇ ਜਦੋਂ ਮਾਰਕੀਟ ਦੇ ਵਿੱਚ ਪ੍ਰਾਈਵੇਟ ਸੈਕਟਰ ਹਾਵੀ ਹੋ ਗਿਆ? ਪ੍ਰਾਈਵੇਟ ਸੈਕਟਰ ਕੀ ਕਰੂਗਾ? ਵੇਖੋ ਇਹਨਾਂ ਨੇ ਕਾਨੂੰਨ ਇੱਕ ਨਵਾਂ ਘੜਾ ਰਿਹਾ, ਜਿਹੜਾ ਜਮਾਖੋਰੀ ਵਾਲਾ ਐਕਟ ਹੈ। 3 ਕਾਨੂੰਨਾਂ ਦੇ ਵਿੱਚ ਇੱਕ ਹੋਰ ਐਕਟ ਆ ਵੀ ਜਿਹੜਾ ਜਮਾਖੋਰੀ ਵਾਲਾ ਐਕਟ ਆ। ਜਮਾਖੋਰੀ ਕੀ ਆ ਵੀ ਇਹਨਾਂ ਨੇ 1 ਸਾਲ ਤੱਕ ਮੰਨ ਲਓ 20 ਰੁਪਏ ਕਣਕ ਦਾ ਰੇਟ ਆ, 20 ਰੁਪਏ ਅਗਲੇ ਸਾਲ ਤੱਕ, ਜਿੰਨਾ ਚਿਰ ਤੱਕ 40 ਰੁਪਏ ਰੇਟ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਰਕਾਰ ਜਮਾਖੋਰੀ ਵਾਲੇ ਬੰਦੇ ਤੇ ਐਕਸ਼ਨ ਨਹੀਂ ਲਊਗੀ। ਹੁਣ ਜੇ ਇਹੋ ਰੇਟ ਹਿਸਾਬ ਰਿਹਾ ਤੇ ਫਿਰ ਤੇ 4 ਸਾਲਾਂ ਦੇ ਵਿੱਚ 150-200 ਰੁਪਈਆ ਕਣਕ ਦਾ ਰੇਟ ਹੋ ਜਾਊਗਾ। ਕਿੱਥੋਂ ਲੋਕਾਂ ਨੂੰ ਵਾਰਾ ਹੋਊਗਾ? ਇਸ ਕਰਕੇ ਜਿੰਨੇ ਵੀ ਕਾਨੂੰਨ ਬਣੇ ਆ ਸਰਕਾਰ ਨੇ ਕਾਰਪੋਰੇਟਰ ਅਦਾਰਿਆਂ ਦੇ ਹੱਕ 'ਚ ਬਣਾਏ ਆ। ਅੱਜ ਦੀ ਜਿਹੜੀ ਗੱਲ ਆ ਵੇਖੋ, ਜੇ GST ਲਾਤੀ, ਵਪਾਰੀਕਰਨ ਖਤਮ ਕਰਨਾ ਸੀ, ਅੰਬਾਨੀ ਅਡਾਨੀ ਨੂੰ ਵਪਾਰ ਸਾਰਾ ਦੇਣਾ ਸੀ, ਤਾਂ ਕਰਕੇ GST ਥੋਪੀ ਗਈ। ਅੱਜ ਜਿਹੜਾ ਐਗਰੀਕਲਚਰ ਸੈਕਟਰ ਆ, ਐਗਰੀਕਲਚਰ ਸੈਕਟਰ ਨੂੰ ਫੇਲ ਕਰਨਾ ਵਾ, ਅੰਬਾਨੀ ਅਡਾਨੀ ਨੂੰ ਦੇਣਾ। ਇਸ ਕਰਕੇ ਰਾਤੋਂ ਰਾਤ ਕਾਨੂੰਨ ਜਿਹੜੇ ਲਾਏ ਗਏ ਆ ਉਹ ਕਿਤੇ ਨਾ ਕਿਤੇ ਸਰਕਾਰ ਚੋਰ ਮੋਹਰੀ ਰਸਤੇ ਉਹਨਾਂ ਨੂੰ ਅੰਬਾਨੀਆਂ ਅਡਾਨੀਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਆ। ਉਹਨਾਂ ਦੀ ਇਨਵੈਸਟਮੈਂਟ ਇਹਦੇ ਵਿੱਚ ਕਰਾਈ ਆ। ਸਰਕਾਰ ਨੇ ਆਪਣਾ ਸਾਰਾ ਹੀ ਕਾਰੋਬਾਰ ਹੀ ਉਹਨਾਂ ਨੂੰ ਦੇਤਾ। ਵੇਖੋ
ਜਿੱਥੇ ਸਾਡੀ ਜਿੰਨੇ ਵੀ ਸਾਡੇ ਨਿੱਜੀ ਸਾਡੇ ਸੈਕਟਰ ਆ, ਸਰਕਾਰੀ ਸੈਕਟਰ 250 ਤੋਂ 300 ਸੈਕਟਰ ਆ ਜਿਹੜੇ ਸਾਡੇ ਸਰਕਾਰੀ ਸੈਕਟਰ ਆ, ਸਾਡੇ ਉਹਨਾਂ ਵਿੱਚੋਂ ਸੈਕਟਰੀ ਸਾਰੇ 24 ਸੈਕਟਰ ਸਰਕਾਰ ਕੋਲ ਰਹਿ ਗਏ। ਸਾਰੇ ਸੈਕਟਰ ਸਰਕਾਰ ਨੇ ਉਹਨਾਂ ਨੂੰ ਦੇਤੇ ਆ, ਜਹਾਜ਼ ਵੇਚਦੇ, 에ਅਰਪੋਰਟ ਵੇਚਦਾ, ਰੇਲਵੇ ਵੇਚਤੀ, ਆਇਲਰੀ ਵੇਚਤੀ, ਰਹਿ ਕੀ ਸਾਡੇ ਕੋਲ ਗਿਆ। ਇਸ ਕਰਕੇ ਸਰਕਾਰ ਨੂੰ ਚੱਲਦਾ ਕਰਨਾ ਅਤ ਜ਼ਰੂਰੀ ਆ ਸਰਕਾਰ ਨੂੰ, ਨਹੀਂ ਤੇ ਇਹ ਸੰਵਿਧਾਨ ਨੂੰ ਨਹੀਂ ਮੰਨਦੀ ਸਰਕਾਰ। ਵੇਖੋ ਆਜ਼ਾਦੀ ਨੂੰ ਨਹੀਂ, ਲੋਕਾਂ ਦੀ ਆਜ਼ਾਦੀ ਖੋ ਰਹੀ ਆ, ਸੰਵਿਧਾਨ ਨੂੰ ਇਹ ਨਹੀਂ ਮੰਨਦੇ। ਮੈਂ ਨਾ 26 ਜਨਵਰੀ ਦਾ 15 ਅਗਸਤ ਦਿਹਾੜਾ ਮਨਾਉਂਦੀ ਕਿਉਂ ਸਰਕਾਰ, ਲਾਲ ਕਿਲੇ ਦਾ ਝੰਡਾ ਚੜਾਉਂਦੀ ਕਿਉਂ ਸਰਕਾਰ, ਜਦੋਂ ਸਾਡੇ ਕਾਨੂੰਨਾਂ ਨੂੰ ਨਹੀਂ ਮੰਨਣਾ। ਕਾਨੂੰਨ ਰਾਤੋਂ ਰਾਤ ਬਦਲਦੀ ਜਾਂਦੀ ਆ। ਇਸ ਕਰਕੇ ਸਰਕਾਰ ਦੀ ਨੀਅਤ ਦੇ ਨੀਤੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ। ਸਰਕਾਰ ਲੋਕਾਂ ਨੂੰ ਮਾਰਨਾ ਚਾਹੁੰਦੀ ਆ, ਸਿਰਫ ਇੱਕ ਅੰਬਾਨੀ ਅਡਾਨੀ ਨੂੰ ਗਾੜੀ ਲਿਆਉਣਾ ਚਾਹੁੰਦੀ ਆ। ਸਰਕਾਰ ਦਾ ਖਜ਼ਾਨਾ ਲਟਾ ਕੇ ਅੰਬਾਨੀ ਅਡਾਨੀ ਨੂੰ ਦਊਗੀ, ਉਹਨਾਂ ਉਹ ਆਪ ਘਰੋਂ ਤੋਂ ਨਾ ਲਾਉਣਾ ਨਹੀਂ ਪੈਸਾ। ਵੇਖੋ ਤੁਸੀਂ ਵੇਖੋ ਜਿਹੜੇ 11 ਜਿਹੜੇ ਬੰਦਰਗਾਹ ਵਾ ਉਹ ਜਿਹੜੇ ਅੰਬਾਨੀ ਅਡਾਨੀ ਲੈ ਗਏ ਆ, 7 에ਅਰਪੋਰਟ ਸਾਡੇ ਲੈ ਗਏ ਆ। ਇਹ 6 ਸਾਲਾਂ 'ਚ ਕਿੱਦਾਂ ਇੰਨੇ ਅਮੀਰ ਹੋ ਗਏ। ਅਸੀਂ ਤਾਂ 17 ਸਾਲਾਂ ਤੋਂ ਖੇਤੀ ਕਰਦੇ, ਅਸੀਂ ਇੱਕ ਮਰਲਾ ਜ਼ਮੀਨ ਨਹੀਂ ਲਈ, ਕਿੱਲਾ ਵੇਚਿਆ ਹੀ ਆ ਸਾਡੇ ਬਜ਼ੁਰਗਾਂ ਨੇ। ਸਾਡੇ ਬਜ਼ੁਰਗ ਸਾਈਕਲ ਤੋਂ ਕਾਰਾਂ ਦਾ ਸੁਪਨਾ ਲੈ ਲੈ ਮਰ ਗਏ ਆ ਸਾਡੇ ਬਜ਼ੁਰਗ, ਕਾਰ ਨਹੀਂ ਲਈ ਗਈ ਉਹਨਾਂ ਕੋਲ, ਮੋਟਰਸਾਈਕਲ ਤੇ ਨਹੀਂ ਚੜਿਆ ਗਿਆ। ਇਹ ਰਾਤੋਂ ਰਾਤ ਕਿਤੇ ਹਵਾਈ ਜਹਾਜ਼ਾਂ ਦੇ ਮਾਲਕ ਕਿੱਦਾਂ ਬਣ ਗਏ, ਇਹ ਬੰਦਰਗਾਹਾਂ ਦੇ ਮਾਲਕ ਕਿੱਦਾਂ ਬਣ ਗਏ। ਕਿਤੇ ਨਾ ਕਿਤੇ ਮੋਦੀ ਸਾਹਿਬ ਡਾਇਰੈਕਟਲੀ ਇਹਨਾਂ ਨੂੰ ਫਾਇਦਾ ਪਹੁੰਚਾ ਕੇ ਸਾਡੇ ਹੀ ਦੇਸ਼ ਦਾ ਬੇੜਾ ਗਰਕ ਕਰਕੇ ਸਾਡਾ ਦੇਸ਼ ਅੰਬਾਨੀਆਂ ਅਡਾਨੀਆਂ ਨੂੰ ਵੇਚਣਾ ਚਾਹੁੰਦੀ ਆ। ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਜੇ ਮੁਗਲਾਂ ਦਾ ਮੂੰਹ ਮੋੜਿਆ ਵਾ, ਅਸੀਂ ਉਹਨਾਂ ਨੂੰ ਵੀ, ਅਸੀਂ ਜੇ ਜਿਹੜਾ ਅੰਗਰੇਜ਼ ਸਰਕਾਰ ਦਾ ਸੂਰਜ ਨਹੀਂ ਸੀ ਚੜ੍ਹਦਾ, ਰਾਤ ਦਿਨ ਉਹਦਾ ਸੂਰਜ ਜਿਹੜਾ ਚੜ੍ਹਦਾ ਸੀ ਉਹ ਬੰਦ ਕਰਤਾ ਸੀ, ਉਹਨਾਂ ਨੂੰ ਪਿੱਛੇ ਮੋੜਤਾ। ਅਸੀਂ ਮੋਦੀ ਚੀਜ਼ ਕੀ ਆ, ਮੋਦੀ ਕਿਹੜੇ ਬਾਗ ਦੀ ਮੂਲੀ ਆ, ਇਹਨੂੰ ਮਰੋੜ ਕੇ ਸੁੱਟ ਦਾਂਗੇ। ਸਿਰਫ ਅਸੀਂ ਜਿੱਤ ਸਾਡੀ ਯਕੀਨਨ ਆ, ਜਿੱਤ ਅਸੀਂ ਕਰਕੇ ਬੈਠੇ ਆ। ਸਿਰਫ ਡੇਟ ਐਲਾਨ ਹੋਣਾ ਬਾਕੀ ਆ। ਐਲਾਨ ਅਸੀਂ ਅੱਜ ਕਰਾ ਲਈਏ, ਕੱਲ ਕਰਾ ਲਈਏ, ਇਹ ਮੋਦੀ ਜਿੰਨਾ ਸਾਨੂੰ ਲੰਮੀ ਲੜਾਈ ਖੜਨਾ ਚਾਹੁੰਦਾ ਲੈ ਜੇ, ਪਰ ਜਿੱਤ ਸਾਡੀ ਆ। ਜਿੱਤ ਲੋਕਾਂ ਦੀ ਜਿੱਤ ਹੋਊਗੀ, ਦੇਸ਼ ਲੋਕਾਂ ਦਾ ਵਾ, ਲੋਕਾਂ ਦੀ ਜਿੱਤ ਹੋਊਗੀ। ਪਹਿਲੇ 3 ਕਾਨੂੰਨਾਂ ਲਈ ਕਿਸਾਨ ਲੜ ਰਿਹਾ ਸੀਗਾ, ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਉਹਨੇ ਨਵਾਂ ਥੋਪਤਾ ਗਿਆ, ਫਰਦ ਲਿਆਓ ਤੇ ਪੈਸੇ ਤਾਂ ਦਿੱਤੇ ਜਾਣਗੇ। ਨਵੀਂ ਦੀ ਗੱਲ ਤੁਸੀਂ ਕੀਤੀ ਹੈ, ਜਿਹੜੀ ਬਿਜਲੀ ਹੈ ਉਹਨੂੰ ਵੀ ਪ੍ਰਾਈਵੇਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਵੇਖੋ ਬਿਜਲੀ ਦੀ ਅਸੀਂ ਗੱਲ ਕਹਿ ਰਹੇ ਹਾਂ, ਪਿਛਲੀ ਲੰਮੇ ਸਮੇਂ ਤੋਂ ਸਾਡੇ ਜਿਹੜੇ ਕੁਦਰਤੀ ਸਰੋਤ ਆ, ਸਾਡੇ ਕੁਦਰਤੀ ਸਰੋਤ ਸਾਨੂੰ ਮਿਲਣੇ ਚਾਹੀਦੇ ਆ। ਉਹਦਾ ਬੈਨੀਫਿਟ ਵੀ ਲੋਕਾਂ ਨੂੰ ਮਿਲਣਾ ਚਾਹੀਦਾ, ਨਾ ਕਿ ਕੁਦਰਤੀ ਸਰੋਤਾਂ ਦੇ ਵਿੱਚ ਅੰਬਾਨੀ ਅਡਾਨੀ ਦਾ ਕਬਜ਼ਾ ਹੋਣਾ ਚਾਹੀਦਾ। ਕੁਦਰਤੀ ਸਰੋਤ ਕੀ ਆ, ਜਹਾਜ਼ਾਂ ਆਪੇ ਪਹਾੜਾਂ 'ਚੋਂ ਬਰਫ਼ ਜੰਮਦੀ ਆ, ਬਰਫ਼ ਪਿਘਲ ਕੇ ਆਉਂਦੀ ਆ ਦਰਿਆ ਰਾਹੀਂ। ਉੱਥੇ ਇੱਕ ਸਾਡੇ ਪ੍ਰੋਜੈਕਟ ਲੱਗੇ ਆ, ਡੈਮ ਬਣੇ ਆ, ਸਾਡੇ ਡੈਮਾਂ ਦੇ ਵਿੱਚ ਬਿਜਲੀ ਪ੍ਰੋਜੈਕਟ ਲੱਗੇ ਆ, ਉਹ ਬਿਜਲੀ ਬਣਦੀ ਆ, ਲੋਕਾਂ ਨੂੰ ਫ੍ਰੀ ਮਿਲਦੀ ਆ। ਇਹ 'ਚ ਦਿੱਕਤ ਕੀ ਆ, ਲੋਕਾਂ ਦੇ ਸੋਰਸ ਆ, ਲੋਕਾਂ ਨੂੰ ਮਿਲਦੇ ਆ। ਇਹਨਾਂ ਅੰਬਾਨੀਆਂ ਅਡਾਨੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜਾ 2020 ਐਕਟ ਲਿਆਂਦਾ ਵਾ, ਉਹ ਕਿਤੇ ਨਾ ਕਿਤੇ ਜਿਹੜੀ ਸਾਨੂੰ ਸਬਸਿਡੀ ਮਿਲਦੀ ਆ ਤੋੜਨਾ ਚਾਹੁੰਦੀ ਆ। ਇਸ ਕਰਕੇ ਸੈਕਟਰੀ ਬਿਜਲੀ ਸੈਕਟਰ ਦੇ ਵਿੱਚ ਉਹ ਤਾਂ ਹੀ ਆਊਗਾ ਜੇ ਸਾਡੀ ਸਬਸਿਡੀ ਖਤਮ ਹੋਊਗੀ। ਸਾਡੀ ਸਬਸਿਡੀ ਖਤਮ ਹੋਊਗੀ, ਅਸੀਂ ਜ਼ਮੀਨ ਵੇਚਣ ਤਾਂ ਵੇਚਾਂਗੇ। ਵੇਖੋ ਅੱਜ 5 ਹਾਰਸ ਪਾਵਰ ਦੀ 7 ਹਾਰਸ ਪਾਵਰ ਦੀ ਮੋਟਰ ਤਾਂ ਰਹਿ ਨਹੀਂ ਗਈ, ਅੱਜ 20 25 ਹਾਰਸ ਪਾਵਰ ਦੀਆਂ ਮੋਟਰਾਂ। 14 ਲੱਖ ਸਾਡਾ ਜਿਹੜਾ ਟਿਊਬਵੈਲ ਕਨੈਕਸ਼ਨ ਆ, 8650 ਜਿਹੜਾ ਅਸੀਂ ਪੇ ਕਰ ਰਹੇ ਹਾਂ ਹਰ ਸਾਲ ਦੀ ਜਿਹੜੇ ਬਿਜਲੀ ਦਾ ਬਿੱਲ ਪੇ ਕਰ ਰਹੇ ਹਾਂ। ਇਸ ਕਰਕੇ ਉਹ ਸਾਨੂੰ ਸਬਸਿਡੀ ਜਿਹੜੀ ਖੋਣਾ ਚਾਹੁੰਦੀ ਆ। 2020 ਵਾਲਾ ਐਕਟ ਜਿਹੜਾ ਸਰਕਾਰ ਸਾਡੇ ਨਾਲ ਵਾਅਦਾ ਕਰਦੀ, ਪਹਿਲੀ ਮੀਟਿੰਗ ਦੇ ਵਿੱਚ ਸਾਡਾ ਵਾਅਦਾ ਹੋਇਆ ਸੀ ਵੀ ਜਿਹੜਾ ਪੋਲੂਸ਼ਨ ਵਾਲਾ ਐਕਟ ਤੇ 2020 ਬਿਜਲੀ ਵਾਲਾ ਐਕਟ, ਇਹ ਅਸੀਂ ਲਾਗੂ ਨਹੀਂ ਕਰਾਂਗੇ, ਇਹਨੂੰ ਹੋਲਡ ਤੇ ਰੱਖ ਲਿਆ। ਪਰ ਇਹਨਾਂ ਨੇ ਫੇਰ ਲੱਗ ਕੇ ਸਾਡੇ ਤੇ ਥੋਪਤਾ। ਇਸ ਕਰਕੇ ਸਰਕਾਰ ਦੀ ਨੀਅਤ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ। ਉਹ ਪਿੱਛੋਂ ਜ਼ੋਰ ਪਾ ਰਿਹਾ, ਇਹ ਪ੍ਰੈਸ਼ਰਾਈਜ਼ ਇਹਨਾਂ ਨੂੰ ਅੰਬਾਨੀ ਅਡਾਨੀ ਕਰ ਰਿਹਾ ਵੀ ਤੇਰਾ ਅਸੀਂ ਜਿਹੜਾ ਕਮਿਟਮੈਂਟ ਕੀਤਾ, ਕੀ ਕਮਿਟਮੈਂਟ ਹੋਈ ਹੈ। ਅਸੀਂ ਸਮਝਦੇ ਹਾਂ ਕਮਿਟਮੈਂਟ ਇਹਨਾਂ ਦੀ ਇਹ ਹੋਈ ਆ ਵੀ ਉਹਨੇ ਅਸਤੀਫਾ ਇਹਨਾਂ ਦਾ ਲਿਖ ਕੇ ਰੱਖਿਆ। ਅੰਬਾਨੀ ਅਡਾਨੀ ਨੇ ਮੋਦੀ ਦਾ ਅਸਤੀਫਾ ਲਿਖ ਕੇ ਰੱਖਿਆ ਵਾ ਜਦੋਂ ਪ੍ਰੈਸ਼ਰ ਪਾਉਂਦਾ ਵਾ। ਇਸ ਕਰਕੇ ਪ੍ਰੈਸ਼ਰ ਦੇ ਹੇਠ ਜਿਹੜਾ ਮੋਦੀ ਆ ਕੰਬਲੀਆਂ ਮਾਰਦਾ ਵਾ। ਇਹ ਸਾਡੇ ਤੇ ਕਾਨੂੰਨ ਥੋਪ ਕੇ ਰਾਤੋਂ ਰਾਤ ਸਾਡਾ ਜਿਹੜਾ ਦੇਸ਼ ਸਾਡਾ ਅੰਨ ਭੰਡਾਰ ਤੇ ਕਬਜ਼ਾ ਕਰਨਾ ਚਾਹੁੰਦਾ। ਦੇਖੋ ਨਾ 2024 ਤੱਕ ਤੇ ਨਰਿੰਦਰ ਮੋਦੀ ਦੀ ਸਰਕਾਰ ਹੈ, EVM ਮਸ਼ੀਨਾਂ ਦਾ ਬੜਾ ਰੌਲਾ ਪੈ ਰਿਹਾ ਤੇ ਫਿਰ ਇਹ ਜਾਣਗੇ ਨਹੀਂ ਤੇ ਕਾਨੂੰਨ ਕਿੱਥੋਂ ਰੱਦ ਹੋਣਗੇ। ਵੇਖੋ EVM ਮਸ਼ੀਨ ਦਾ ਵੀ ਹਾਂ ਇਹ ਬਹੁਤ ਵੱਡਾ ਇਸ਼ੂ ਆ। EVM ਮਸ਼ੀਨ ਦੇਖੋ, ਇਹ ਮੋਦੀ ਭਗਤ ਜਿਹੜੇ ਆ ਇਹ ਅੱਜ ਵੀ ਕਹਿ ਰਹੇ ਆ ਵੀ ਜਿਹੜਾ EVM ਤੇ ਮਸ਼ੀਨ ਜਿੰਨਾ ਚਿਰ ਤੱਕ ਕਬਜ਼ਾ ਵਾ ਉਹਨਾਂ ਚਿਰ ਤੱਕ ਅਸੀਂ ਹਰ ਸਰਕਾਰ ਸਾਡੀ ਆ, ਅਸੀਂ ਜਿਹੜਾ ਦੇਸ਼ ਤੇ ਕਬਜ਼ਾ ਕਰ ਸਕਦੇ। ਉਹ ਆਪ ਕਹਿ ਰਹੇ ਮੂੰਹੋਂ। ਇਸ ਕਰਕੇ EVM ਮਸ਼ੀਨ ਦਾ ਮੁੱਦਾ ਚੁੱਕਣਾ ਚਾਹੀਦਾ ਵਾ। ਅਸੀਂ ਸੰਯੁਕਤ ਕਿਸਾਨ ਮੋਰਚੇ 'ਚ ਵੀ ਗੱਲ ਰੱਖੀ ਆ। ਸ਼ਾਇਦ ਅਸੀਂ ਆ ਜਿਹੜੇ ਖੇਤੀ ਕਾਨੂੰਨਾਂ ਤੋਂ ਬਾਅਦ ਉਹ ਲੜਾਈ ਲੜਾਂਗੇ, ਲੜਨੀ ਪੈਣੀ ਸਾਨੂੰ। ਜੇ ਅਸੀਂ ਨਾ ਲੜਾਈ ਲੜੀ, ਸਾਨੂੰ ਇਹਨੂੰ ਚੱਲਦਾ ਕਰਨ ਵਾਸਤੇ ਹੋਰ ਕੋਈ ਹਥਿਆਰ, ਉਹ ਇੱਕੋ ਜਿਹੜਾ ਹਥਿਆਰ ਉਹ ਸਾਨੂੰ ਖੋਣਾ ਪਊਗਾ। ਇਹਦੇ ਕੋਲ ਹਥਿਆਰ ਆ EVM ਮਸ਼ੀਨ ਵਾਲਾ ਹਥਿਆਰ ਆ, ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਾਤਕ ਆ। ਉਹ ਹਥਿਆਰ ਇਹਦੇ ਕੋਲ ਹਰ ਹਾਲਤ ਦੇ ਵਿੱਚ ਸਾਨੂੰ ਖੋਣਾ ਪਊਗਾ। ਗੱਲ ਤੁਹਾਡੀ ਬਿਲਕੁਲ ਸਹੀ ਆ। ਇਹ ਦਿਨਾਂ 'ਚ ਤੱਕ ਕੋਈ EVM ਮਸ਼ੀਨ ਵਾਲਾ ਹਥਿਆਰ ਆ, ਉਹਨਾਂ 'ਚ ਤੱਕ ਇਹਦੀ ਜਿੱਤ ਪੱਕੀ ਆ। ਉਹ ਸਾਡੇ ਕੋਲ ਖੋਣ ਚੋਰ ਮੋਹਰੀਆਂ ਰਾਹੀਂ। ਵੇਖੋ ਜਦੋਂ ਕੰਮ ਪੁੱਠੇ ਕਰਦਾ, ਪੁੱਠੇ ਸਿੱਧੇ ਕਾਨੂੰਨ ਲਾਏ ਨੇ, ਲੋਕ ਇਹਨੂੰ ਮੰਨਦੇ ਨਹੀਂ, ਲੋਕ ਇਹਨੂੰ ਵੋਟ ਪਾਉਂਦੇ ਨਹੀਂ। ਵੋਟ ਸਿਰਫ ਇਹਦੀ ਕੰਪਿਊਟਰ ਰਾਹੀਂ, ਕੰਪਿਊਟਰ ਨੂੰ ਛੇੜਖਾਨੀ ਕਰਕੇ ਵੋਟ ਆਪਣੇ ਹੱਕ 'ਚ ਪਾ ਲੈਂਦਾ। ਇਸ ਕਰਕੇ EVM ਮਸ਼ੀਨ ਤੇ ਵੇਖੋ ਲੋਕਾਂ ਦੀ ਮੰਗ ਆ, ਹਰ ਕਿਸੇ ਦੀ ਮੰਗ ਆ ਵੀ EVM ਮਸ਼ੀਨ ਤੇ ਜਿੱਦਣ ਅੱਜ ਸਲਾਬ ਆਇਆ ਲੋਕਾਂ ਦਾ, ਇਦਾਂ ਵੀ ਸਾਡਾ ਲੋਕਾਂ ਦਾ EVM ਮਸ਼ੀਨ ਵਾਸਤੇ ਵੀ ਆ ਜਾਣਾ। ਕੋਈ ਗੱਲ ਨਹੀਂ, ਆ ਕਾਨੂੰਨਾਂ ਤੋਂ ਬਾਅਦ ਲੜਾਈ EVM ਮਸ਼ੀਨ ਦੀ ਹੋਊਗੀ। ਮੈਨੂੰ ਲੱਗਦਾ। ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਰੱਦ ਕਰ ਦੇਗਾ? ਕਿਉਂਕਿ ਇਹ ਤੇ ਜਿੱਥੇ ਜਾਂਦੇ ਆ ਉਹ ਕਹਿੰਦੇ ਵੀ ਇਹ ਤਿੰਨੇ ਕ੍ਰਿਸ਼ੀ ਕਾਨੂੰਨ ਜਿਹੜੇ ਫਾਇਦੇ ਦੇ ਆ, ਇਹ ਕਿਸਾਨਾਂ ਨੂੰ ਸਮਝ ਨਹੀਂ ਲੱਗ ਰਹੀ। ਵੇਖੋ
ਇੱਕ ਗੱਲ ਹੈ ਇਹਦੇ ਵਿੱਚ ਤੁਹਾਨੂੰ ਇਹ ਬਰੀਕਲੀ ਸਮਝਣੀ ਪਊਗੀ ਜਾਂ ਤੇ ਕਾਨੂੰਨ ਕਿਉਂ ਨਹੀਂ ਰੱਦ ਕਰਦਾ ਇਹਨੂੰ ਵੇਖੋ ਇਹਨੇ ਜਿਹੜੇ ਕਮਿਟਮੈਂਟ ਵੇਖੋ ਜਿਹੜੇ ਪ੍ਰਾਈਵੇਟ ਸੈਕਟਰ ਆਇਆ ਵਾ ਕਿਤੇ ਨਾ ਕਿਤੇ ਉਹਨਾਂ ਨੂੰ ਇਹਨਾਂ ਨੇ ਕਮਿਟਮੈਂਟ ਕੀਤੀ ਆ ਵੀ ਜੋ ਵੀ ਸਰਕਾਰੀ ਜਾਇਦਾਦ ਅਸੀਂ ਤੁਹਾਨੂੰ ਖਰੀਦ ਕੇ ਦੇਵਾਂਗੇ ਚੋਰ ਮੋਹਰੀਆਂ ਰਾਹੀਂ ਉਹਨੂੰ ਖਰੀਦ ਕੇ ਦਿੱਤਾ ਉਹ ਰਾਤੋਂ ਰਾਤ ਤਾਂ ਧਨਾਟ ਹੋ ਗਿਆ ਇਸ ਕਰਕੇ ਸਮਝੌਤੇ ਇਹਨੇ ਇਹੋ ਜਿਹੇ ਕਰ ਲਿਆ ਇਹਨੂੰ ਸ਼ੌਹਰਤ ਦੀ ਭੁੱਖ ਸੀ ਸ਼ੌਹਰਤ ਦੇ ਵਿੱਚ ਆਉਣ ਕਰਕੇ ਇਹਨੇ ਦੇਸ਼ ਨੂੰ ਦਾਅ ਤੇ ਲਾਤਾ ਦੇਸ਼ ਵਿਕ ਵੀ ਰਿਹਾ ਵਾ ਦੇਸ਼ ਨਾਲ ਸਾਰਾ ਵਿਕ ਗਿਆ ਦੇਸ਼ ਦੇ ਪੱਲੇ ਰਿਹਾ ਕੀ ਆ ਸਾਰੇ ਜਿਹੜੇ ਸਾਡੇ ਸੈਕਟਰ ਵਿਕ ਗਏ ਤੁਹਾਨੂੰ ਦੱਸਿਆ ਵੀ 250 ਤੋਂ ਲੈ ਕੇ 300 ਜਿਹੜਾ ਪਬਲਿਕ ਸੈਕਟਰ ਆ ਉਹ ਸਾਰਾ ਹੀ ਵੇਚਤਾ 24 ਸੈਕਟਰ ਸਾਰੇ ਰਹਿ ਗਏ ਆ ਕੀ ਤੁਹਾਨੂੰ ਲੱਗ ਰਿਹਾ ਵੀ ਲੋਕਾਂ ਦਾ ਸਾਥ ਉਹਨਾਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਵੇਖੋ ਲੋਕਾਂ ਨੂੰ ਜਿੱਦਾਂ ਸਮਝ ਪੈ ਰਹੀ ਆ ਪਹਿਲਾਂ ਤਾਂ ਲੋਕ ਇਹ ਗੱਲ ਕਹਿੰਦੇ ਸੀ ਵੀ ਕਿਸਾਨ ਜਿਹੜੀ ਐਮਐਸਪੀ ਦੀ ਗੱਲ ਕਰ ਰਿਹਾ ਬਿਲਕੁਲ ਗਲਤ ਹੈ ਕਿਸਾਨ ਭਾਅ ਵੱਧ ਜਾਣੇ ਆ ਅੱਜ ਜਦੋਂ ਲੋਕਾਂ ਨੂੰ ਇਹ ਗੱਲ ਸਮਝ ਲੱਗ ਗਈ ਵੀ ਨਹੀਂ ਕਿਸਾਨ ਸਹੀ ਸੀ ਐਮਐਸਪੀ ਰਹੂਗੀ ਕਿਸਾਨ ਵੀ ਜਿੰਦਾ ਰਹੂਗਾ ਜੇ ਕਿਸਾਨ ਨੂੰ ਐਮਐਸਪੀ ਨਾ ਮਿਲੀ ਵੇਖੋ ਐਮਐਸਪੀ ਕੀ ਆ ਐਮਐਸਪੀ ਆ ਵੀ ਜੋ ਵੀ ਖਰਚਾ ਆਉਂਦਾ ਔਰ ਤੋਂ 50% ਮੁਨਾਫਾ ਦੇ ਕੇ ਕਿਸਾਨ ਨੂੰ ਦਿੱਤਾ ਜਾਵੇ ਤੇ 17 ਸਾਲਾਂ ਤੋਂ ਸਾਨੂੰ ਮਿਲਿਆ ਨਹੀਂ ਫਿਰ ਵੀ ਤੇ ਅਸੀਂ ਗੁਜ਼ਾਰਾ ਕਰ ਨਹੀਂ ਰਹੇ ਆ ਇਸ ਕਰਕੇ ਐਮਐਸਪੀ ਕਿਸਾਨ ਨੂੰ ਮਿਲਣੀ ਬਿਲਕੁਲ ਜ਼ਰੂਰੀ ਆ ਉਹਦੇ ਵਿੱਚ ਭਾਅ ਜਿਹੜਾ ਮੇਨਟੇਨ ਰਹਿੰਦਾ ਪ੍ਰਾਈਵੇਟ ਸੈਕਟਰ ਨੇ ਇੰਨਾ ਰੇਟ ਚੱਕ ਦੇਣਾ ਲੋਕਾਂ ਨੂੰ ਖਾਣ ਦੇ ਲਾਲੇ ਨਿਕਲ ਜਾਣੇ ਲੋਕ ਜਿਹੜੇ ਆ ਸਾਥ ਲੋਕਾਂ ਦੀ ਜਿੱਦਾਂ ਸਮਝ ਬਣਦੀ ਜਾਂਦੀ ਲੋਕ ਸਾਥ ਦੇ ਰਹੇ ਆ ਕੁੱਲ ਮਿਲਾ ਕੇ ਸੰਘਰਸ਼ ਕਿਸਾਨ ਉਦੋਂ ਤੱਕ ਜਾਰੀ ਰੱਖਣਗੇ ਜਿੰਨਾ ਤੇਰੇ ਕਾਨੂੰਨ ਵਾਪਸ ਨਹੀਂ ਹੁੰਦੇ ਬਿਲਕੁਲ ਜੀ ਬਿਲਕੁਲ ਲੋਕ ਵੇਖੋ ਲੋਕ ਸਾਡੇ ਨਾਲ ਆ ਲੋਕ ਹਰ ਵਰਗ ਸਾਡੇ ਨਾਲ ਆ ਹਰ ਵਰਗ ਦੀ ਮਜਬੂਰੀ ਬਣ ਗਈ ਆ ਵੀ ਇਹ ਖੇਤੀ ਸੈਕਟਰ ਸਾਡਾ ਇਕੱਲਾ ਨਹੀਂ ਨੁਕਸਾਨ ਕਿਸਾਨ ਦਾ ਘੱਟ ਹੈ ਲੋਕਾਂ ਦਾ ਜ਼ਿਆਦਾ ਵਾ ਇਸ ਕਰਕੇ ਲੋਕ ਲਹਿਰ ਇੱਕ ਬਣ ਗਈ ਹੈ ਲੋਕ ਲਹਿਰ ਬਣ ਕੇ ਇਹ ਕਾਨੂੰਨ ਵਾਪਸ ਹੋ ਕੇ ਰਹਿਣਗੇ ਕੀ ਕਿਸਾਨ ਆਪਣੀ ਪਾਰਟੀ ਬਣਾਉਣਗੇ 2022 ਦੇ ਇਲੈਕਸ਼ਨ ਆ ਰਹੇ ਆ ਵੇਖੋ ਇਹ ਗੱਲ ਹਜੇ ਇਹ ਮਤਲਬ ਸਾਡਾ ਸੰਯੁਕਤ ਕਿਸਾਨ ਮੋਰਚਾ ਕੀ ਰਾਇ ਕਰ ਲਾ ਮੈਂ ਤੇ ਕੋਈ ਕਿੰਤੂ ਪਰਿੰਤੂ ਨਹੀਂ ਕਰ ਸਕਦਾ ਵੇਖੋ ਅਸੀਂ ਤੇ ਆਨੇ ਆ ਵੀ ਜਿਹੋ ਜਿਹਾ ਗੰਦ ਪੈ ਗਿਆ ਵਾ ਸਾਨੂੰ ਪੋਲੀਟੀਕਲ ਲਾਈਨ ਦੇ ਵਿੱਚ ਵੀ ਆਉਣਾ ਚਾਹੀਦਾ ਜਿੱਦਾਂ ਦਾ ਸਮਾਜ ਦੇ ਵਿੱਚ ਵੇਖੋ ਜਿਹੜਾ ਸੁਤੰਤਰ ਮੰਤਰ ਜੇ ਕੇਜਰੀਵਾਲ ਆਇਆ ਵਾ ਉਹਨੇ ਚੰਗੇ ਕੰਮ ਕੀਤੇ ਆ ਤੇ ਸਰਕਾਰ ਚ ਆਣ ਕੇ ਚੰਗੇ ਕੰਮ ਕੀਤੇ ਆ ਜੇ ਸਰਕਾਰ 'ਚ ਚੰਗੇ ਬੰਦੇ ਨਾ ਆਉਣਗੇ ਇਹੋ ਜਿਹੇ ਬੰਦੇ ਆਉਂਦੇ ਰਹੇ ਤੇ ਸਾਡਾ ਇਹੋ ਸਮਾਜ 'ਚ ਗੰਦ ਹੀ ਪੈਂਦਾ ਰਹਿਣਾ ਇਸ ਕਰਕੇ ਜੇ ਗੰਦਗੀ ਸਾਫ਼ ਕਰਨੀ ਆ ਤੇ ਸਾਨੂੰ ਮੈਨੂੰ ਲੱਗਦਾ ਵੀ ਸਰਕਾਰ ਦੇ ਵਿੱਚ ਆਉਣਾ ਚਾਹੀਦਾ ਕਿਸਾਨਾਂ देखिए ये है किसान नेता हरजीत सिंह इनका कहना है कि जब तक तीनों कृषि कानून रद्द नहीं हो जाएंगे किसानों का संघर्ष जारी रहेगा लोगों का समर्थन अब इन्हें मिलने लगा है और रही चुनावों में पंजाब में जो वर्ष 2022 में चुनाव होने हैं उनमें उतरने के बाद इनका कहना है कि जो ऊपर की लीडरशिप कहेगी उसी पर ये वही करेंगे। ये देखिए किसानों की ओर से अमृतसर के रानी का बाग में फूड कॉरपोरेशन ऑफ इंडिया की दफ्तर के बाहर धरना दिया गया है नारे लगाए जा रहे हैं। इनका कहना है कि जो केंद्र सरकार की ओर से तीनों कृषि कानून लाए गए हैं वो तीनों ही किसान विरोधी हैं। यहाँ महिलाएं भी शामिल हैं और बुजुर्ग भी शामिल हैं और युवा भी शामिल हैं। इनका कहना है जब तक केंद्र सरकार की ओर से ये तीनों कानून रद्द नहीं किए जाएंगे तब तक ये संघर्ष जारी रहेगा। ਸਾਡੇ ਨਾਲ ਨੇ ਕਿਸਾਨ ਨੇਤਾ ਕਸ਼ਮੀਰ ਸਿੰਘ ਜਿਹਨਾਂ ਨਾਲ ਗੱਲਬਾਤ ਕਰਦੇ ਆ। ਕਸ਼ਮੀਰ ਜੀ ਅੱਜ ਤੁਸੀਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਕੋਲ ਘੇਰਿਆ ਰੀਜ਼ਨ ਅੱਜ ਜਿਹੜਾ ਕੇਂਦਰ ਦੀ ਸਰਕਾਰ ਨੇ ਇਹਨਾਂ ਦਾ ਬਜਟ ਜਿਹੜਾ ਉਹ ਘੱਟ ਕੀਤਾ ਉਹਦੇ ਨਾਲ ਸਰਕਾਰੀ ਖਰੀਦ ਜਿਹੜੀ ਪ੍ਰਭਾਵਿਤ ਹੋਣੀ ਆ ਨਾਲ ਜਿਹੜਾ ਕਿਸਾਨਾਂ ਤੋਂ ਜਮ੍ਹਾਂਬੰਦੀਆਂ ਜ਼ਮੀਨ ਦਾ ਰਿਕਾਰਡ ਮੰਗਿਆ ਜਾ ਰਿਹਾ ਕੁਝ ਕਿਸਾਨ ਜਿਹੜੇ ਜ਼ਮੀਨਾਂ ਜਿਹੜੀਆਂ ਠੇਕੇ ਤੇ ਲੈ ਕੇ ਖੇਤੀ ਕਰਦੇ ਆ ਉਹਨਾਂ ਨੂੰ ਦਿੱਕਤ ਆਉਣੀ ਆ ਨਾਲ ਉਹਦੇ ਟੋਟੇ ਦੀ ਨਵੀਂ ਜਿਹੜੀ ਮਾਤਰਾ ਸੀ ਉਹਦੀ ਵਧਾਈ ਆ ਨਾਲ ਸਿੱਲ ਦੀ ਵਧਾਈ ਆ ਸ਼ਰਤਾਂ ਜਾਣੀ ਵਧਾਉਣ ਦੇ ਵਿਰੁੱਧ ਨਾਲ ਐਫਸੀਆਈ ਨੂੰ ਤੋੜਨ ਦੀ ਨੀਤੀ ਕੇਂਦਰ ਦੀ ਸਰਕਾਰ ਦੀ ਉਹਦੇ ਤਹਿਤ ਕੇਂਦਰ ਨੂੰ ਇਹ ਦੱਸਣਾ ਚਾਹੁੰਦੇ ਵੀ ਜਿੱਥੇ ਕਿਸਾਨ 3 ਖੇਤੀ ਕਾਨੂੰਨਾਂ ਦੇ ਖਿਲਾਫ ਲੜ ਰਹੇ ਆ ਉੱਥੇ ਹੀ ਨਾਲ ਇਹਨੂੰ ਐਫਸੀਆਈ ਨੂੰ ਬਚਾਉਣ ਨਾ ਤੇ ਮੰਡੀ ਨੂੰ ਬਚਾਉਣ ਦੇ ਜਿਹੜਾ ਉਹਦੇ ਲਈ ਅੱਜ ਜਿਹੜੇ ਕਿਸਾਨ ਨੇ ਉਹ ਐਫਸੀਆਈ ਦੇ ਰਾਹੀਂ ਇਹਨਾਂ ਰਾਹੀਂ ਮੰਗ ਪੱਤਰ ਕੇਂਦਰ ਦੀ ਸਰਕਾਰ ਨੂੰ ਭੇਜ ਕੇ ਮੰਗ ਕਰਨਗੇ ਵੀ ਇਹ ਜਿਹੜੀ ਸਰਕਾਰੀ ਖੀਰ ਆ ਬਹਾਲ ਕੀਤੀ ਜਾਏ ਤੇ ਮੰਡੀ ਬੋਰਡ ਨੂੰ ਬਚਾਇਆ ਜਾ ਸਕੇ। ਤੁਹਾਨੂੰ ਕੀ ਲੱਗਦਾ ਕਿ ਕਿਸਾਨ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਐਫਸੀਆਈ ਨੂੰ ਖਤਮ ਕਰਨਾ ਚਾਹੁੰਦੀ ਹੈ? ਬਿਲਕੁਲ ਖਤਮ ਕਰਨ ਦੀ ਨੀਤੀ ਆ ਖਤਮ ਕਰਕੇ ਮੰਡੀ ਬੋਰਡ ਨੂੰ ਖਤਮ ਕਰਨਾ ਤਾਂ ਕਰਕੇ ਇਹਦੇ ਵਿਰੁੱਧ ਜਿਹੜੀ ਲੜਾਈ ਆ। ਹੁਣ ਇੱਕ ਬਿਜਲੀ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੈ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਕੋ ਮੰਗਾਏ ਜਾ ਰਿਹਾ ਵੀ ਆਪਣੇ ਆਪਣੇ ਸਾਰੇ ਭੇਜੋ। ਜਦੋਂ ਪ੍ਰਾਈਵੇਟ ਨੂੰ ਉਤਸ਼ਾਹ ਕਰਨਾ ਕੋਈ ਵੀ ਪ੍ਰਾਈਵੇਟ ਜਿਹੜੀ ਕੰਪਨੀ ਆ ਜਾਂ ਕੋਈ ਕਾਰਪੋਰੇਟ ਘਰਾਣਾ ਉਹ ਕਦੇ ਵੀ ਆਮ ਲੋਕਾਂ ਲਈ ਨਹੀਂ ਕੁਝ ਲੈ ਕੇ ਆਉਂਦਾ ਆਪਣੇ ਮੁਨਾਫੇ ਦੀ ਖਾਤਰ ਬਾਜ਼ਾਰਾਂ 'ਚ ਉਤਰਦੇ ਨੇ ਉਹ ਪ੍ਰਾਈਵੇਟ ਜਿਹੜੇ ਨੇ ਉਹ ਸਾਡੇ ਤੋਂ ਫਸਲਾਂ ਲੁੱਟਣਗੇ ਖਪਤਕਾਰਾਂ ਨੂੰ ਮਹਿੰਗੇ ਭਾਅ ਦੇ ਵੇਚਣਗੇ। ਅੱਛਾ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਇਹ ਜਿਹੜੇ ਮਜ਼ਦੂਰ ਯੂਪੀ ਬਿਹਾਰ ਤੋਂ ਆਉਂਦੇ ਆ ਉਹਨਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਜਾਂਦਾ ਇਹ ਸਭ ਬਹਾਨੇਬਾਜ਼ੀ ਹੈ ਕੋਈ ਮਜ਼ਦੂਰਾਂ ਨੂੰ ਬੰਦੇ ਬਣਾ ਕੇ ਨਹੀਂ ਰੱਖਿਆ ਜਿੱਥੇ ਬੰਦਕ ਬਣਾਇਆ ਛਡਾ ਲੈਣ ਉਹਨਾਂ ਨੂੰ ਇਹ ਸਰਕਾਰ ਦੀ ਸਿਰਦਰਦੀ ਹੈ ਸਿਰਫ ਸਾਡੇ ਅਸਲੀ ਮੁੱਦੇ ਨੂੰ ਭੜਕਾ ਕੇ ਹੋਰ ਨੇ ਬੰਨੇ ਲਾਉਣ ਦੀ ਖਾਤਰ ਸਭ ਕੁਝ ਕੀਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਜਿਹੜੀ ਵੀ ਪਾਰਟੀ ਆਂਦੀ ਹੈ ਉਹ ਲੋਕਾਂ ਦਾ ਸ਼ੋਸ਼ਣ ਕਰਦੀ ਹੈ? ਅੱਜ ਤੱਕ ਜਿੰਨੀਆਂ ਨੇ ਵੀ ਰਾਜ ਕੀਤਾ ਕਿਸਾਨਾਂ ਦੀ ਆ ਜਿਹੜੀ ਦਿਸ਼ਾ ਉਹਦੇ ਲਈ ਸਾਰੀਆਂ ਦੋਸ਼ੀ ਆ ਕੋਈ ਦੁੱਧ ਧੋਤੀ ਨਹੀਂ ਇਹ ਝਾਕ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ ਸੰਘਰਸ਼ ਦੇ ਮੈਦਾਨ 'ਚ ਆਉਣਾ ਚਾਹੀਦਾ।
ਅੱਜ ਫਿਰ ਤੁਹਾਨੂੰ ਲੱਗਦਾ ਵੀ ਕਿਸਾਨ ਖੁਦ ਆਪਣੀ ਪਾਰਟੀ ਬਣਾ ਕੇ ਤੇ ਚੁਣਾਵ ਲੜਨਗੇ? ਪਾਰਟੀ ਬਣਾਉਣ ਦੀ ਲੋੜ ਨਹੀਂ। ਅੱਜ ਮੁੱਠੀ ਭਰ ਲੋਕ ਜਥੇਬੰਦ ਹੋਏ ਤੇ ਅੱਜ ਕਿਸ ਤਰ੍ਹਾਂ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਈ ਆ। ਅੱਜ ਜਿਹੜੇ ਟੋਲ ਪਲਾਜ਼ੇ ਤੋਂ ਇੱਕ ਗੱਡੀ ਫ੍ਰੀ ਨਹੀਂ ਲੰਘਦੀ, ਅੱਜ ਸਾਰੇ ਟੋਲ ਪਲਾਜ਼ੇ ਪੰਜਾਬ ਦੇ ਫ੍ਰੀ ਆ, ਹਰਿਆਣੇ ਦੇ, ਯੂਪੀ ਦੇ। ਇਹ ਕਰਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਵੋਟਾਂ ਵਾਲੀ ਝਾਕ ਛੱਡ ਕੇ ਜਥੇਬੰਦ ਹੋ ਕੇ ਇਹਨਾਂ ਨੀਤੀਆਂ ਦਾ ਵਿਰੋਧ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਜੇ ਨੱਥ ਪਾਈ ਜਾਈ ਤਾਂ ਲੋਕਾਂ ਦੇ ਏਕੇ ਦੇ ਨਾਲ ਪਾਈ ਜਾ ਸਕਦੀ। ਅੰਬੀ ਜੀ, ਕੀ ਨਾਮ ਤੁਹਾਡਾ? ਗੁਰਮੀਤ ਕੌਰ। ਕੀ ਲੱਗ ਰਿਹਾ ਵੀ ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਕੇਂਦਰ ਸਰਕਾਰ ਵੱਲੋਂ? ਨਹੀਂ ਜੀ, ਸੁਣੀ ਨਹੀਂ ਜਾ ਰਹੀ। ਸੁਣਾਵਾਂਗੇ ਇਸ ਤਰ੍ਹਾਂ ਸੁਣਨਗੇ। ਤੁਸੀਂ ਸੁਣਨਗੇ ਤੇ ਜੇ ਨਹੀਂ ਸੁਣਨਗੇ ਫਿਰ? ਹੁਣ ਵੇਖੋ ਹੋਏ ਆ ਮਗਰ ਉਹਨਾਂ ਦੇ। ਹਾਂ, ਸੁਣਾਵਾਂਗੇ। ਹਾਂ, ਸੁਣਾਵਾਂਗੇ ਸੁਣਾਵਾਂਗੇ, ਸੁਣਾ ਕੇ ਘੱਲਾਂਗੇ, ਸਾਰਾ ਕੁਝ ਕਰਾਂਗੇ। ਉਹ ਤਾਂ ਮੰਨਦੇ ਨਹੀਂ ਪਏ। ਕੋਈ ਨਹੀਂ ਮੰਨਣਗੇ, ਆਪੇ ਮੰਨਣਗੇ, ਕਿਉਂ ਨਾ। ਅਸੀਂ ਬਵਾਂਗੇ ਇੱਥੇ ਹੀ, ਮੰਨਣਗੇ ਕਿਉਂ ਨਾ। ਸਾਡੀਆਂ ਹੀ ਵੋਟਾਂ ਨੇ, ਸਾਡਾ ਹੀ ਸਾਰਾ ਰਾਜ ਆ। ਅਸੀਂ ਮਨਾ ਕੇ ਹੱਲਾਂਗੇ, ਕੋਈ ਗੱਲ ਨਹੀਂ। ਕਿਸਾਨ ਦੀਆਂ ਧੀਆਂ ਵਾ, ਐਡੀ ਕੋਈ ਗੱਲ ਨਹੀਂ। FCI ਕਿ ਇਹਨਾਂ ਦਾ ਪਿਓ ਵੀ ਆਣ ਕੇ ਖਰੀਦੇਗਾ ਸਾਡੀ ਫਸਲ ਨੂੰ, ਐਡੀ ਕੋਈ ਇਹੋ ਜਿਹੀ ਦਿੱਕਤ ਨਹੀਂ, ਕਿਉਂਕਿ ਅਸੀਂ ਕਿਸਾਨ ਹੁੰਦੇ ਆ। ਇਹ ਸਰਕਾਰ, ਇਹ ਜਿਹੜੀ ਸਾਡੀ ਕੌਮ ਹੈ ਹਾਰਨ ਵਾਲੀ ਦੀ, ਸਰਕਾਰ ਨੂੰ ਹਰਾਊਗੀ। ਤੇ ਅਸੀਂ ਕੌਣ ਆ? ਮਾਤਾ ਭਾਗੋ ਦੀਆਂ ਜਾਈਆਂ। ਕੀ ਨਾਮ ਹੈ ਬੀਜੀ ਤੁਹਾਡਾ? ਨਾਂ ਨਹੀਂ ਦੱਸੀਦਾ। ਜੀ ਨਾਂ ਦੱਸੋ। ਬਲਵਿੰਦਰ ਕੌਰ। ਕਿੱਥੋਂ, ਕਿਹੜੇ ਪਿੰਡ ਹੈ? ਅਸੀਂ ਟਾਰੀ ਬਲਾਕ ਦੇ ਮਹਿਲਾ ਵਿੰਗ ਦੀ ਮੈਂ ਪ੍ਰਧਾਨ ਆ। अमृतसर से D4 न्यूज़ के लिए दीपक भंडारी की खास रिपोर्ट।